ਕਾਮਨ ਲਾ ਮੀਨਸ ਤੁਸੀਂ 2 ਸਾਲ ਲਗਾਤਾਰ ਇਕੱਠੇ ਰਹੇ ਹੋ ਵਿਆਹਤਾ ਜੋੜੇ ਦੇ ਵਾਂਗੂ ਜੀ ਇਹ ਨਹੀਂ ਕਿ ਲਾਈਕ 2 ਰੂਮਮੇਟਸ ਰਹਿ ਰਹੇ ਨੇ ਜੀ 3 ਸਾਲ ਹੋ ਗਏ ਦੈਟਸ ਮੇਕ them common law it has to be ਕਿ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਵਿਆਹੇ ਹੋਏ ਜੋੜੇ ਦੇ ਸਮਾਨ ਹੈ ਤੁਸੀਂ ਉਹ ਹਰ ਚੀਜ਼ ਕਰਦੇ ਹੋ ਜੋ ਇੱਕ ਵਿਆਹੇ ਹੋਏ ਕਪਲ ਕਰਦਾ ਹੈ ਜੀ ਅਗਰ ਤੇ ਤੁਸੀਂ ਕਾਮਨ ਲਾ ਹੋ ਦੈਨ ਤੁਹਾਨੂੰ ਸਾਰੇ ਸੇਮ ਪ੍ਰੋਪਰਟੀ ਔਰ ਡੈਟ ਜਿਹੜੇ ਨੇ ਕਰਜ਼ਾ ਔਰ ਪ੍ਰੋਪਰਟੀ ਜਾਇਦਾਦ ਹੈ ਬਟਵਾਰਾ ਸੇਮ ਹੋਏਗਾ ਜਿਸ ਤਰ੍ਹਾਂ ਵਿਆਹੇ ਹੋਏ ਜੋੜੇ ਦਾ ਹੁੰਦਾ ਹੈ ਸੋ ਡਿਵੋਰਸ ਦੇ ਲਈ ਇੱਕ ਐਗਜ਼ੈਕਟ ਸਮਾਂ ਸੀਮਾ ਨਹੀਂ ਹੈਗੀ, ਇੱਕ ਕੇਸ ਬਾਏ ਕੇਸ ਹੈ। ਇਹ ਨਹੀਂ ਤੁਸੀਂ ਕੋਈ ਵੀ ਵਕੀਲ ਨੂੰ ਜਾ ਕੇ ਇਹ ਨਹੀਂ ਪੁੱਛ ਸਕਦਾ ਕਿ ਡਿਵੋਰਸ ਜਿਹੜਾ ਵੀ ਉਹ 1 ਸਾਲ ਦੇ ਵਿੱਚ ਹੀ ਹੋ ਜਾਂਦਾ ਹੈ। ਜੈਨਰਿਕ ਟਰਮ ਇਹਦੇ ਬਾਰੇ ਕੋਈ ਨਹੀਂ ਹੈ। ਜੋ ਮੈਂ ਵੇਖਿਆ ਹੈ ਜੱਜਸ ਵਾਰਨਿੰਗ ਦੇਣਗੇ ਜੀ ਠੀਕ ਹੈ ਨਾ, ਉਹ ਕਹਿਣਗੇ ਕਿ ਤੁਹਾਨੂੰ ਆਪਣਾ ਜਿਹੜਾ ਹੈ ਇੱਕ ਦੂਜੇ ਨਾਲ ਨਾ ਗੱਲ ਕਰੋ, ਮੈਨੂੰ ਐਡਰੈਸ ਕਰੋ ਜੀ। ਔਰ ਇਹ ਹਦਾਇਤ ਉਹ ਵਕੀਲਾਂ ਨੂੰ ਵੀ ਦਿੰਦੇ ਨੇ ਕਿ ਤੁਸੀਂ ਇੱਕ ਦੂਸਰੇ ਨਾਲ ਨਹੀਂ ਬਹਿਸਬਾਜ਼ੀ ਕਰਨੀ, ਤੁਸੀਂ ਆਪਣੀ ਦਲੀਲ ਜਿਹੜੀ ਉਹ ਕੋਰਟ ਨੂੰ ਦੇਣੀ ਹੈ ਜੀ। ਇੱਕ ਦੂਸਰੇ ਦੇ ਪ੍ਰਤੀ ਵੀ ਤੁਸੀਂ ਇੱਜ਼ਤ ਦੇ ਨਾਲ ਪੇਸ਼ ਆਓ ਕਿ ਤੁਸੀਂ ਇੱਕ ਦੂਸਰੇ ਨੂੰ ਆਪਣੀ ਜਿਹੜੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਉਹ ਐਕਸਚੇਂਜ ਕਰਨੀ ਹੈ। ਓਕੇ। ਕਿ ਤੁਹਾਡੇ ਕੋਲ ਕਿਹੜੇ ਅਕਾਊਂਟਸ ਨੇ, ਕਿ ਤੁਹਾਡੇ ਕੋਲ ਕਿੰਨੇ ਵੀਜ਼ੇ ਨੇ, ਮਾਸਟਰ ਕਾਰਡਸ, ਕੋਈ ਤੁਸੀਂ ਪ੍ਰਾਈਵੇਟ ਲੋਨ ਤੇ ਨਹੀਂ ਲਏ ਹੋਏ, ਮੌਰਗੇਜਸ ਆਬਵੀਅਸਲੀ। ਤੇ ਚੰਦਨ ਜੀ, ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਪੈਟਸ ਦੀ ਜਿਹੜੀ ਕਸਟਡੀ ਹੈ ਉਸ 'ਤੇ ਧਿਆਨ ਦਿੱਤਾ ਜਾਏਗਾ, ਕਿ ਬੱਚਿਆਂ ਤੋਂ ਵੀ ਸਵਾਲ ਪੁੱਛੇ ਜਾਣਗੇ ਕਿ ਉਹ ਪੈਟਸ ਨੂੰ ਰੱਖਣਾ ਚਾਹੁੰਦੇ ਨੇ ਜਾਂ ਨਹੀਂ ਰੱਖਣਾ ਚਾਹੁੰਦੇ, ਕਿ ਇਹ ਸਿਰਫ ਐਡਲਟਸ ਦੇ ਵਿੱਚ ਹੀ ਨਿਰਧਾਰਿਤ ਕੀਤਾ ਜਾਏਗਾ ਕਿ ਪੈਟਸ ਕਿਹਦੇ ਕੋਲ ਰਹਿਣਗੇ? ਸੋ ਬੱਚੇ ਜਿਹੜੇ ਨੇ ਉਹ ਕੋਰਟ ਦੇ ਵਿੱਚ ਗਵਾਹੀ ਨਹੀਂ ਦਿੰਦੇ ਜੀ। ਬਹੁਤ ਹੀ ਰੇਅਰ ਕੇਸਿਸ ਦੇ ਵਿੱਚ ਹੈ, ਐਕਸਟ੍ਰੀਮਲੀ ਰੇਅਰ ਕਿ ਕੋਈ ਵੀ ਜੱਜ ਬੱਚੇ ਨੂੰ ਬੁਲਾਏਗਾ ਕਿ ਮੈਂ ਇਹਦੇ ਨਾਲ ਫੇਸ ਟੂ ਫੇਸ ਗੱਲ ਕਰਨੀ ਹੈ ਬੱਚੇ ਦੇ ਨਾਲ। ਮੈਨੂੰ 16-17 ਸਾਲ ਹੋ ਗਏ ਕੰਮ ਕਰਦਿਆਂ ਨੂੰ। I've only had it once. Very rare ਕਿ ਜੱਜ ਜਿਹੜਾ ਉਹ ਬੱਚੇ ਨੂੰ ਸਵਾਲ ਜਵਾਬ ਡਾਇਰੈਕਟਲੀ ਕਰਨਗੇ। ਜਿਹੜੇ ਬੱਚੇ ਦੇ ਵਿਚਾਰ ਨੇ ਉਹ ਅਗਰ ਕੋਰਟ ਦੇ ਮੂਹਰੇ ਪੇਸ਼ ਕਰਨੇ ਨੇ ਦੈਨ ਉਹਦੇ ਤਰੀਕੇ ਨੇ ਫੈਮਿਲੀ ਲਾਅ ਐਕਟ ਦੇ ਅਧੀਨ ਹੀ ਰਿਪੋਰਟਸ ਬਣਵਾਈਆਂ ਜਾ ਸਕਦੀਆਂ ਨੇ। And yes, through those reports, ਉਹਨਾਂ ਨੂੰ views of the child report ਕਿ ਬੱਚਾ ਕੀ ਸੋਚਦਾ ਹੈ, ਉਹਦੇ ਥਰੂ ਕੋਰਟ ਦੇ ਮੂਹਰੇ ਲੈ ਜਾਇਆ ਸਕਦਾ ਹੈ। ਐਂਡ ਸੇਮ ਪੈਟਸ ਬਾਰੇ ਕੁਐਸਚਨ ਵੀ ਪ੍ਰੋਬੇਬਲੀ ਇਨ ਦ ਸੇਮ ਮੈਨਰ ਉਹਨਾਂ ਨੂੰ ਪੁੱਛੇ ਜਾ ਸਕਦੇ ਨੇ। ਔਰ ਇੱਕ ਰਿਪੋਰਟ ਹੁੰਦੀ ਹੈ, ਉਹਨੂੰ ਸੈਕਸ਼ਨ 211 ਰਿਪੋਰਟ ਕਹਿੰਦੇ ਆ। ਇਹ ਰਿਪੋਰਟ ਜਿਹੜੀ ਹੁੰਦੀ ਹੈ, ਇੱਕ ਸਾਈਕੋਲੋਜਿਸਟ ਜਾਂ ਸਾਈਕਾਇਟਰਿਸਟ ਇਹ ਬੱਚਿਆਂ ਦੇ ਨਾਲ ਅਤੇ ਪਾਰਟੀਜ਼ ਦੇ ਨਾਲ, ਮਾਤਾ ਪਿਤਾ ਦੇ ਨਾਲ ਗੱਲਬਾਤ ਕਰਦੇ ਨੇ ਜੀ। ਉਹਨਾਂ ਦੀ ਇੰਟਰਵਿਊ ਹੁੰਦੀ ਹੈ ਔਰ ਫਿਰ ਉਹ ਜੱਜ ਕਰਦੇ ਨੇ ਕਿ ਜਿਹੜੇ ਬੱਚੇ ਹੈ ਉਹਨਾਂ ਲਈ ਸਭ ਤੋਂ ਵਧੀਆ ਕੀ ਅਰੇਂਜਮੈਂਟ ਹੋਏਗਾ ਜੀ। ਸੋ ਅਗੇਨ ਪੈਟਸ ਬਾਰੇ ਵੀ ਕੁਐਸਚਨਸ ਉਹਦੇ ਇਸੀ ਰਿਪੋਰਟ ਦੇ ਥਰੂ ਪੁੱਛੇ ਜਾ ਸਕਦੇ ਨੇ। ਐਂਡ ਆਈ ਥਿੰਕ ਦੈਟ ਵੁੱਡ ਬੀ ਐਨ ਇੰਪੋਰਟੈਂਟ ਫੈਕਟਰ ਅਗਰ ਵਾਕਈ ਪੈਟਸ ਦੇ ਮੁਤੱਲਕ ਲੜਾਈ ਹੋ ਰਹੀ ਹੈ ਕਿ ਨਹੀਂ ਮੈਂ ਰੱਖਣੇ ਆ ਦੈਨ ਜਾਂ ਮੈਂ ਨਹੀਂ ਰੱਖਣੇ। ਹਾਂ, ਇਹ ਵੀ ਹੋ ਸਕਦਾ ਕਿ ਮੈਂ ਨਹੀਂ ਰੱਖ ਸਕਦੇ ਔਰ ਬੱਚੇ ਸ਼ਾਇਦ ਹੋ ਸਕਦਾ ਹੈ ਕਿ ਪੈਟਸ ਦੇ ਨਾਲ ਬਹੁਤ ਹੀ ਜ਼ਿਆਦਾ ਅਟੈਚਡ ਹੋਣ ਜੀ। ਔਰ ਇੱਕ ਪੇਰੈਂਟ ਕਹੇ ਕਿ ਮੇਰੇ ਤਾਂ ਵਸਦਾ ਨਹੀਂ ਹੈ, ਮੈਂ ਤਾਂ ਨਹੀਂ ਰੱਖ, ਮੇਰੇ ਪਾਸ ਜਗ੍ਹਾ ਨਹੀਂ ਹੈ ਜਾਂ ਮੇਰਾ ਹੈ ਨਹੀਂ, ਲਗਾਈ ਹੈ ਨਹੀਂ। I mean, it would be interesting. What if one parent's allergic? So many things that could happen. And I can see ਕਿ ਜਿਹੜਾ ਰਿਪੋਰਟ ਰਾਈਟਰ ਹੈ ਇਹ ਉਹਨਾਂ ਵਾਸਤੇ ਇੱਕ ਹੋਰ ਫੈਕਟਰ ਹੋ ਸਕਦਾ ਹੈ, ਐਡ ਆਨ ਹੋ ਜਾਏਗਾ ਜੀ। ਸ਼ੁਕਰੀਆ। ਇਸੇ ਦੇ ਨਾਲ ਨਾਲ ਚੰਦਨ ਜੀ, ਮੈਂ ਤੁਹਾਡੇ ਤੋਂ ਅਗਲਾ ਜਿਹੜਾ ਸਵਾਲ ਪੁੱਛਣਾ ਚਾਹੁੰਦੀ ਹਾਂ, ਰੀਪੇਮੈਂਟਸ ਜਿਹੜੀਆਂ ਹੁੰਦੀਆਂ ਨੇ, ਮੰਨ ਲਓ ਕੋਈ ਕਰਜ਼ਾ ਲੈ ਲਿਆ ਜੀ, ਲਵਰਸ ਸੀਗੇ, ਉਹਨਾਂ ਨੇ ਇਕੱਠਾ ਕਰਜ਼ਾ ਲੈ ਲਿਆ, ਉਹ ਆਪਸ 'ਚ ਵਿਆਹ ਦੇ ਬੰਧਨ 'ਚ ਨਹੀਂ ਬੱਝੇ ਹੋਏ, ਬਟ ਦੇ ਵਰ ਲਵਰਸ, ਨਾਓ ਦੇ ਆਰ ਐਕਸ ਲਵਰਸ। ਸੋ ਹੁਣ ਉਹਨਾਂ ਨੇ ਜਿਹੜਾ ਕਰਜ਼ਾ ਲਿਆ ਹੋਇਆ ਸੀ, ਉਹ ਕਰਜ਼ਾ ਤਾਂ ਜੀ ਮੋੜਨਾ ਪੈਣਾ। ਉਹ ਕਰਜ਼ਾ ਮੋੜਨ ਦੇ ਵਿੱਚ ਕਿਹੜੀਆਂ ਜਿਹੜੀਆਂ ਨੀਤੀਆਂ ਨੇ, ਕਿਹੜੀਆਂ ਪੋਲਿਸੀਜ਼ ਨੇ, ਉਹ ਇਨਵੋਲਵ ਹੋ ਜਾਂਦੀਆਂ ਨੇ ਜੀ। ਸੋ ਅਗਰ ਵਿਆਹ ਨਹੀਂ ਹੋਇਆ ਜੀ 2 ਇੰਡੀਵਿਜੂਅਲਸ ਦਾ,
ਦੈਨ ਦ ਨੈਕਸਟ ਜਿਹੜਾ ਕੁਐਸਚਨ ਅਸੀਂ ਹਮੇਸ਼ਾ ਪੁੱਛੀਦਾ ਹੈ ਕਿ ਤੁਸੀਂ ਕਾਮਨ ਲਾਅ ਤਾਂ ਨਹੀਂ। ਹਾਂ ਕਾਮਨ ਲਾਅ ਮੀਨਸ ਤੁਸੀਂ 2 ਸਾਲ ਲਗਾਤਾਰ ਓਕੇ ਇਕੱਠੇ ਰਹੇ ਹੋ ਵਿਆਹਤਾ ਜੋੜੇ ਦੇ ਵਾਂਗੂ। ਜੀ ਇਹ ਨਹੀਂ ਕਿ ਲਾਈਕ 2 ਰੂਮਮੇਟਸ ਰਹਿ ਰਹੇ ਨੇ ਜੀ, ਜੀ। 3 ਸਾਲ ਹੋ ਗਏ, ਦੈਟਸ ਮੇਕ them ਕਾਮਨ ਲਾਅ। ਇਟ ਹੈਜ਼ ਟੂ ਬੀ ਕਿ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਇੱਕ ਵਿਆਹੇ ਹੋਏ ਜੋੜੇ ਦੇ ਸਮਾਨ ਹੈ। ਤੁਸੀਂ ਉਹ ਹਰ ਚੀਜ਼ ਕਰਦੇ ਹੋ ਜੋ ਇੱਕ ਵਿਆਹੇ ਹੋਏ ਕਪਲ ਕਰਦਾ ਹੈ। ਜੀ ਅਗਰ ਤੇ ਤੁਸੀਂ ਕਾਮਨ ਲਾਅ ਹੋ ਦੈਨ ਤੁਹਾਨੂੰ ਸਾਰੇ ਸੇਮ ਪ੍ਰੋਪਰਟੀ ਔਰ ਡੈਟ ਜਿਹੜੇ ਨੇ ਕਰਜ਼ਾ ਔਰ ਪ੍ਰੋਪਰਟੀ ਜਾਇਦਾਦ ਹੈ ਬਟਵਾਰਾ ਸੇਮ ਹੋਏਗਾ ਜਿਸ ਤਰ੍ਹਾਂ ਵਿਆਹੇ ਹੋਏ ਜੋੜੇ ਦਾ ਹੁੰਦਾ ਹੈ। ਠੀਕ ਹੈ ਜੀ ਅਗਰ ਤੁਸੀਂ ਕਾਮਨ ਲਾਅ ਨਹੀਂ ਹੋ ਜੀ ਦੈਨ ਤੁਸੀਂ ਫੈਮਿਲੀ ਲਾਅ ਐਕਟ ਦੇ ਅਧੀਨ ਐਪਲੀਕੇਸ਼ਨ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਦੀ। ਦੈਨ ਇਟਸ ਜਸਟ ਅ ਸਿਵਲ ਮੈਟਰ ਓਕੇ ਕਿ ਲੈਟਸ ਸੇ ਮੈਂ ਕਿਸੇ ਤੋਂ ਕਰਜ਼ਾ ਲਿਆ ਹੋਇਆ ਹੈ, ਉਹ ਕਹਿੰਦੇ ਕਿ ਇਹਨੇ ਮੇਰਾ ਮੋੜਿਆ ਨਹੀਂ, ਰਾਈਟ, ਦੈਨ ਯੂ ਵੁੱਡ ਥਰੂ ਸਿਵਲ ਲਾਅ pursue that avenue. ਸੋ ਪਰਸਨ ਟੂ ਪਰਸਨ ਹੋਏਗਾ, ਫਿਰ ਇੱਕ ਜੋੜੇ ਤੋਂ ਕਰਜ਼ੇ ਦੀ ਵਾਪਸੀ ਦੀ ਮੰਗ ਨਹੀਂ ਕੀਤੀ ਜਾਏਗੀ, ਉਹਨਾਂ ਨੂੰ ਪਰਸਨ ਟੂ ਪਰਸਨ ਮੰਗ ਕੀਤੀ ਜਾਏਗੀ। So let's say, I mean, depends, right? ਜੀ। ਜੇ ਜੋੜੇ ਨੇ ਇੱਕ ਦੂਜੇ ਤੋਂ ਲੋਨ ਲਿਆ ਹੈ, ਹਾਂ right? ਫਿਰ ਤਾਂ ਪਰਸਨ ਟੂ ਪਰਸਨ। ਠੀਕ। ਪਰ ਲੈਟਸ ਸੇ ਦੋਨੋਂ ਜਣਿਆਂ ਨੇ ਜਾ ਕੇ I don't know ਕਾਰ ਲਈ ਬੈਂਕ ਤੋਂ ਲੋਨ ਲਿਆ, ਜੀ ਦੋਨਾਂ ਨੇ co-sign ਕੀਤਾ ਹੈ, because two friends can buy something Yes. and co-sign Yes. it. ਔਰ ਹੁਣ ਇੱਕ ਫਰੈਂਡ ਕਹਿ ਰਿਹਾ ਕਿ ਭਾਈ ਮੇਰੇ ਤੋਂ ਤਾਂ ਨਹੀਂ ਦੇ ਹੋ ਰਹੀਆਂ ਪੇਮੈਂਟਾਂ ਜਾਂ ਮੈਂ ਨਹੀਂ ਦੇਣੀਆਂ, ਇਨਕਾਰ ਹੀ ਕਰਤਾ। ਜਿਹੜਾ ਫਰੈਂਡ ਨੰਬਰ 1 ਹੈ ਉਹ ਪੇਮੈਂਟਸ ਦੇ ਰਹੇ ਨੇ ਕਿਉਂਕਿ ਅਗਰ ਨਹੀਂ ਦੇਣਗੇ ਕ੍ਰੈਡਿਟ ਖਰਾਬ ਹੋਏਗਾ। ਬਿਲਕੁਲ ਠੀਕ ਹੈ। ਹੁਣ ਫਰੈਂਡ ਨੰਬਰ 1 ਕੋਲ ਇਹ ਹੈ ਪੋਸੀਬਿਲਿਟੀ ਕਿ ਉਹ ਸਿਵਲ, ਅਗੇਨ ਇਟਸ ਅ ਸਿਵਲ ਮੈਟਰ ਨਾਓ, ਜੀ ਕਿ ਅਸੀਂ ਦੋਨਾਂ ਨੇ ਸਾਈਨ ਕੀਤਾ ਸੀ ਇੱਕ ਕੰਟਰੈਕਟ ਜੀ। ਜੁਆਇੰਟਲੀ। ਮੈਂ ਫਰੈਂਡ ਨੰਬਰ 2 ਦੇ ਹਿੱਸੇ ਦੀ ਪੇਮੈਂਟ ਵੀ ਦੇ ਦਿੱਤੀ ਹੈ, ਪਰ ਮੈਨੂੰ ਫਰੈਂਡ ਨੰਬਰ 2 ਤੋਂ ਉਹਦੀ ਰੀਇੰਬਰਸਮੈਂਟ ਚਾਹੀਦੀ ਹੈ ਹਾਫ ਦੀ। ਸੋ ਇਟ ਬਿਕਮਸ ਅ ਸਿਵਲ ਮੈਟਰ। ਓਕੇ ਕਾਮਨ ਲਾਅ ਅਗਰ ਹੋ ਦੈਨ ਇਫ ਇਟਸ ਅ ਫੈਮਿਲੀ ਡੈਟ, ਜੇ ਤੁਸੀਂ ਉਹ ਫੈਮਿਲੀ ਪਰਪਸ ਲਈ ਡੈਟ ਲਿਆ ਹੈ ਜੀ। ਦੈਨ ਤੁਸੀਂ ਫੈਮਿਲੀ ਲਾਅ ਐਕਟ ਦੇ ਅਧੀਨ ਰੀਪੇਮੈਂਟ ਜਾਂ ਰੀਇੰਬਰਸਮੈਂਟ ਜੀ। ਮੰਗੋਗੇ। ਸੋ ਐਕਟਸ ਦਾ ਡਿਫਰੈਂਸ ਆ ਜਾਂਦਾ ਹੈ ਕਿ ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਕਿਸ ਕੈਟਾਗਰੀ 'ਚ ਹੈ। ਤੇ ਚੰਦਨ, ਜਦੋਂ ਇੱਕ ਪਰਿਵਾਰ ਜਿਹੜਾ ਵਿਛੜਦਾ ਹੈ, ਆਪਸ ਦੇ ਵਿੱਚੋਂ ਅਲੱਗ ਹੁੰਦਾ ਹੈ, ਉਹ ਜਿਹੜਾ ਦੁੱਖ ਹੁੰਦਾ ਨਾ ਉਹ ਅਸਹਿ ਦੁੱਖ ਹੁੰਦਾ ਉਸ ਟਾਈਮ ਦਾ। ਸੋ ਹੁਣ ਇੱਕ ਪਰਿਵਾਰ ਮੰਨ ਲਓ ਕਿ ਉਹਨੇ ਸੋਚ ਲਿਆ ਕਿ ਉਹ ਇਕੱਠੇ ਨਹੀਂ ਰਹਿ ਸਕਦੇ, ਉਹ ਵੱਖਰਾ ਹੋਣਾ ਚਾਹੁੰਦੇ ਆ। ਜੇ ਕੋਈ ਸੈਪਰੇਟ ਹੋ ਰਿਹਾ ਤਾਂ ਉਹਨਾਂ ਦੇ ਲਈ ਕੀ ਕਾਨੂੰਨ ਨੇ? ਜੇ ਕੋਈ ਸੋਚ ਰਿਹਾ ਕਿ ਮੈਂ ਅਲੱਗ ਹੋਣਾ, ਪਰ ਉਹਨੂੰ ਝਿਜਕ ਹੈ ਕਿ ਉਸ ਤੋਂ ਬਾਅਦ ਕੀ ਹੋਏਗਾ ਮੇਰੇ ਨਾਲ, ਜਾਂ ਕੋਈ ਅਲੱਗ ਹੋ ਚੁੱਕਾ ਹੈ, ਸੋ ਉਹਨਾਂ ਦੇ ਲਈ ਕਿਹੋ ਜਿਹੇ ਕਾਨੂੰਨ ਨੇ ਤੇ ਕਿਸ ਪ੍ਰਕਾਰ ਇੱਕ ਜਿਹੜਾ ਪਰਿਵਾਰ ਹੈ ਉਹ ਤੋੜ ਵਿਛੋੜੇ ਦੇ ਸਮੇਂ ਸੈਪਰੇਸ਼ਨ ਜਿਹੜੀ ਹੈ, ਸੈਪਰੇਟਡ ਔਰ ਸੈਪਰੇਟਿੰਗ, ਜਦੋਂ ਇਹੋ ਜਿਹੇ ਵਿਸ਼ੇ ਆਉਂਦੇ ਨੇ, ਇਹੋ ਜਿਹੇ ਵਿਸ਼ਿਆਂ 'ਤੇ ਚਰਚਾ ਚੱਲਦੀ ਹੈ, ਤਾਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਖਾਸ ਤੌਰ 'ਤੇ ਧਿਆਨ 'ਚ ਰੱਖਣਾ ਚਾਹੀਦਾ? ਬਿਲਕੁਲ। ਸੋ ਅਗਰ ਤੇ ਸੈਪਰੇਸ਼ਨ ਦੇ ਦੌਰਾਨ ਤੁਹਾਡੇ ਬੱਚੇ ਨੇ, ਦੈਨ ਸਭ ਤੋਂ ਜਿਹੜੀ ਪ੍ਰਾਇੋਰਟੀ ਵਾਲੀ ਚੀਜ਼ ਹੈ ਬੱਚੇ ਨੇ ਜੀ। ਉਹਨਾਂ 'ਤੇ ਇਸ ਚੀਜ਼ ਦਾ ਅਸਰ ਘੱਟ ਤੋਂ ਘੱਟ ਹੋਵੇ। ਟ੍ਰਾਂਜ਼ੀਸ਼ਨ ਜਿਹੜਾ ਹੈ ਜਿੰਨਾ ਵੀ ਸਮੂਥ ਹੋਵੇ ਉਹ ਬੈਸਟ ਹੈ ਜੀ। ਆਈ ਮੀਨ ਅਗਰ ਫੈਮਿਲੀ ਵਾਇਲੈਂਸ ਹੈ ਕਿਸੇ ਰਿਸ਼ਤੇ ਦੇ ਵਿੱਚ ਦੈਨ ਆਫ ਕੋਰਸ ਇਟਸ ਡਿਫਰੈਂਟ। ਫਿਰ ਡਿਫਰੈਂਟ ਕੰਸੀਡਰੇਸ਼ਨਸ ਨੇ, ਰਾਈਟ। ਜੀ। ਫਿਰ ਕੰਸੀਡਰੇਸ਼ਨ ਇਹ ਹੈ ਕਿ ਤੁਸੀਂ ਸੇਫ ਕਿਵੇਂ ਰਹਿਣਾ ਹੈ, ਬੱਚਿਆਂ ਨੂੰ ਸੇਫ ਕਿਸ ਤਰ੍ਹਾਂ ਰੱਖਣਾ ਹੈ। ਜੀ। ਦੈਨ ਇਹ ਚੀਜ਼ਾਂ ਜਿਹੜੀਆਂ ਸਭ ਤੋਂ ਮਹੱਤਵਪੂਰਨ ਨੇ। ਅਗੇਨ ਅਗਰ ਬੱਚੇ ਨਹੀਂ ਹੈ ਔਰ ਫੈਮਿਲੀ ਵਾਇਲੈਂਸ ਹੈ, ਉਹਨਾਂ ਇੰਸਟੈਂਸਿਸ ਦੇ ਵਿੱਚ ਵੀ ਸੇਫਟੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਵੱਧ ਇੰਪੋਰਟੈਂਟ ਚੀਜ਼ ਹੈ। ਸੇਫਟੀ ਫਰਸਟ, ਯੈਸ। ਸੇਫਟੀ ਫਰਸਟ, ਰਾਈਟ। ਉਸ ਤੋਂ ਬਾਅਦ ਵੰਸ ਤੁਹਾਡੇ ਬੱਚਿਆਂ ਦਾ ਅਗਰ ਤੇ ਤੁਸੀਂ ਔਨ ਟਾਕਿੰਗ ਟਰਮਸ ਹੋ, ਔਰ ਅਸੀਂ ਹਮੇਸ਼ਾ ਇਹ ਸੁਜੈਸਟ ਵੀ ਕਰੀਦਾ ਹੈ ਕਿ ਅਗਰ ਫੈਮਿਲੀ ਵਾਇਲੈਂਸ ਨਹੀਂ ਹੈ ਔਰ ਤੁਸੀਂ ਸੈਪਰੇਟ ਹੋ ਰਹੇ ਹੋ ਦੈਨ ਇਟਸ ਆਲਵੇਜ਼ ਬੈਸਟ ਕਿ ਤੁਸੀਂ ਇੱਕ ਵਾਰੀ ਬੈਠ ਕੇ ਹੈਵ ਅ ਡਿਸਕਸ਼ਨ ਯੈਸ। ਕਿ ਹੁਣ ਸਾਡੀ ਨਹੀਂ ਬਣ ਰਹੀ, ਅਗਰ ਬੱਚੇ ਨੇ ਤੇ ਉਹਨਾਂ ਵਾਸਤੇ ਕੀ ਬੈਸਟ ਹੈ, ਜੀ। ਕੀ ਬੈਸਟ ਸਿਨੈਰੀਓ ਹੋਏਗਾ। ਜੀ। ਕਿਉਂਕਿ ਹਰ ਇੱਕ ਜਿਹੜਾ ਪਰਿਵਾਰ ਹੈ ਉਹਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ, ਵਰਕ ਸਕੈਜੂਲਸ ਡਿਫਰੈਂਟ ਹੁੰਦੇ ਹੈ, ਐਵਰੀਥਿੰਗ ਇਜ਼ ਡਿਫਰੈਂਟ। Your kids are different, personalities are different. ਬਿਹਤਰ ਇਹੀ ਹੈ ਹਮੇਸ਼ਾ
ਕਿ ਅਗਰ ਤੁਸੀਂ ਨੈਗੋਸ਼ੀਏਟ ਕਰਕੇ ਖੁਦ ਜਾਂ ਜੀ। ਲਾਇਰਸ ਦੇ ਨਾਲ ਜਾਂ ਮੀਡੀਏਟਰਸ ਨੂੰ ਵਿੱਚ ਪਾ ਕੇ ਕਿਸੇ ਵੀ ਰਾਜ਼ੀਨਾਮੇ ਤੇ ਆ ਜਾਓ। ਅੱਛਾ ਜੀ। ਕਿਉਂਕਿ ਅਗਰ ਆਪਾਂ ਕੋਰਟ ਮੂਹਰੇ ਜਾਂਦੇ ਆ ਦੈਨ ਉਹਨਾਂ ਨੇ ਕੁਝ ਸਮੇਂ ਸੁਣ ਕੇ ਤੁਹਾਡੀ ਕਹਾਣੀ ਤੁਹਾਡੀ ਜੋ ਵਰਜ਼ਨ ਹੈ ਜੋ ਤੁਸੀਂ ਕਹਿ ਰਹੇ ਹੋ ਔਰ ਜੋ ਦੂਜੀ ਪਾਰਟੀ ਕਹਿ ਰਹੀ ਹੈ, ਇੱਕ ਜੱਜ ਨੇ ਆਪਣਾ ਫੈਸਲਾ ਦੇ ਦੇਣਾ ਹੈ। ਜੀ। ਉਹਨਾਂ ਦੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਆਪਾਂ ਉਹਨਾਂ ਨੂੰ ਪੂਰੀ ਤੁਹਾਡੀ ਹਿਸਟਰੀ ਜਿਹੜੀ ਆ ਉਹਨਾਂ ਨੂੰ ਸਮਝਾ ਸਕੀਏ, ਔਰ ਆਪਾਂ ਇਹ ਵੀ ਨਹੀਂ ਗਾਰੰਟੀ ਦੇ ਸਕਦੇ ਕਿ ਉਹ ਸਮਝ ਜਾਣਗੇ। ਜੀ। ਇਟਸ ਇੰਪੋਸੀਬਲ। ਕਿਉਂਕਿ ਜਿਹੜੀਆਂ ਇਮੋਸ਼ਨਸ ਦੇ ਥਰੂ ਤੁਸੀਂ ਉਸ ਟਾਈਮ ਹੋ, ਜਿਹੜੇ ਇਮੋਸ਼ਨਸ ਦੇ ਗੋ ਥਰੂ ਤੁਸੀਂ ਹੋ ਰਹੇ ਹੋ, ਉਹ ਆਈ ਬਿਲੀਵ ਕਿ ਉਹ ਤੁਸੀਂ ਆਪ ਹੀ ਸਮਝ ਸਕਦੇ ਹੋ। ਉਹ ਜਿਸ ਤੇ ਉਹ ਸਮਾਂ ਨਿਕਲ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਉਹ ਕਿਸ ਤਰ੍ਹਾਂ ਦੀਆਂ ਇਮੋਸ਼ਨਸ ਦੇ ਥਰੂ ਜਾ ਰਿਹਾ ਜਾਂ ਉਹਦੇ ਤੇ ਸੋਸ਼ਲ ਪ੍ਰੈਸ਼ਰ ਕਿਹੋ ਜਿਹਾ। ਐਬਸੋਲੂਟਲੀ। ਐਂਡ ਐਵਰੀ ਲਾਈਕ ਆਈ ਸੈਡ ਹਰੇਕ ਇਨਸਾਨ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ। ਹਾਂਜੀ। ਰਾਈਟ। ਹਰੇਕ ਚੀਜ਼ ਯੂਨੀਕ ਹੈ, ਹਰ ਇੰਸਟੈਂਸ ਯੂਨੀਕ ਹੈ। ਜੀ। ਜਦੋਂ ਜੱਜ ਨੇ ਫੈਸਲਾ ਦੇ ਦਿੱਤਾ, ਉਹਨਾਂ ਨੇ ਤੁਹਾਡੇ ਨਾਲ ਪੂਰਾ ਦਿਨ ਨਹੀਂ ਬਿਤਾਉਣਾ ਜੀ, ਨਾ ਦੂਸਰੀ ਪਾਰਟੀ ਨਾਲ ਬਿਤਾਉਣਾ ਹੈ। ਉਹਨਾਂ ਨੇ ਸਿਰਫ ਹਾਈਲਾਈਟਸ ਦੇਖਣੀਆਂ ਨੇ ਔਰ ਫੈਸਲਾ ਦੇ ਦੇਣਾ ਹੈ ਜੀ, ਔਰ ਉਸ ਫੈਸਲੇ ਦੇ ਨਾਲ ਫਿਰ ਤੁਹਾਨੂੰ ਰਹਿਣਾ ਪਏਗਾ। ਜੀ। ਸੋ ਬੈਟਰ ਇਹੀ ਹੁੰਦਾ ਹੈ ਕਿ ਅਗਰ ਤੁਸੀਂ ਸੈਪਰੇਸ਼ਨ ਬਾਰੇ ਸੋਚ ਰਹੇ ਹੋ ਔਰ ਫੈਮਿਲੀ ਵਾਇਲੈਂਸ ਤਾਂ ਨਹੀਂ ਹੈ ਕੋਈ ਵੀ ਇਸ਼ੂ, ਦੈਨ ਇੱਕ ਦੂਜੇ ਨਾਲ ਬੈਠ ਕੇ ਗੱਲ ਕਰੋ, ਡਿਸਕਸ਼ਨ ਕਰੋ। ਔਰ ਅਗਰ ਤੁਸੀਂ ਕਿਸੇ ਕਈ ਪੁਆਇੰਟਸ 'ਤੇ ਅਗਰ ਲੈਟਸ ਸੇ ਤੁਹਾਡੀ ਐਗਰੀਮੈਂਟ ਹੈ, ਦੈਨ ਤੁਸੀਂ ਆਪਣੇ ਲਾਇਰਸ ਨੂੰ ਜਾ ਕੇ ਵੱਖ-ਵੱਖ ਲਾਇਰ ਨੂੰ ਜਾ ਕੇ ਸਲਾਹ ਲੈ ਕੇ ਉਹਨਾਂ ਟਰਮਸ ਨੂੰ ਤੁਸੀਂ ਇੱਕ ਰਿਟਨ ਐਗਰੀਮੈਂਟ ਦੇ ਵਿੱਚ ਤਬਦੀਲ ਕਰ ਸਕਦੇ ਹੋ। ਜੀ। ਸੋ ਇਹ ਤਾਂ ਗੱਲ ਹੋਈ ਚੰਦਨ ਵੀ ਜੇ ਕੋਈ ਪਰਿਵਾਰ ਜਿਹੜਾ ਇੱਕ ਕਪਲ ਜਿਹੜਾ ਉਹ ਵੱਖ ਹੋਣ ਬਾਰੇ ਸੋਚ ਰਿਹਾ। ਹਾਂਜੀ। ਹੁਣ ਅਗਲਾ ਪੜਾਅ ਆ ਗਿਆ। ਜੀ। ਅਨਫੋਰਚੂਨੇਟਲੀ ਉਹ ਪਰਿਵਾਰ ਜਿਹੜਾ ਉਹਨਾਂ ਦਾ ਤੋੜ ਵਿਛੋੜਾ ਹੋ ਗਿਆ, ਸੈਪਰੇਸ਼ਨ ਹੋ ਗਈ ਜਾਂ ਉਹਨਾਂ ਦਾ ਡਿਵੋਰਸ ਹੋ ਗਿਆ। ਉਸ ਤੋਂ ਬਾਅਦ ਕੀ ਜਿਹੜਾ ਪਰਿਵਾਰ ਹੈ ਜਦੋਂ ਉਹ ਟੁੱਟ ਚੁੱਕਾ ਹੈ ਤਾਂ ਉਸ ਪਰਿਵਾਰ ਦੇ ਲਈ ਕਿਹੋ ਜਿਹੀ ਮਦਦ ਮੌਜੂਦ ਹੈ, ਕਿਹੋ ਜਿਹੀ ਕਾਨੂੰਨੀ ਸਲਾਹ ਜਿਹੜੀ ਹੈ ਸੈਪਰੇਟਿਡ ਕਪਲਸ ਦੇ ਲਈ ਕਿਹੋ ਜਿਹੀ ਕਾਨੂੰਨੀ ਮਸ਼ਵਰੇ ਮੌਜੂਦ ਨੇ? ਜੀ। ਸੋ ਇੱਕ ਆਈ ਥਿੰਕ ਵਨ ਕਾਮਨ ਥੀਮ ਮੇਰੇ ਕੋਲ ਬਹੁਤ ਕੁਐਸਚਨ ਆਉਂਦਾ ਹੈ ਜੀ, ਡਿਵੋਰਸ ਕਿੰਨੀ ਜਲਦੀ ਹੋ ਜਾਂਦਾ ਹੈ? Okay. It's always, for a lot of people, it's one of the probably one of the most frequently asked questions. जी. So, divorce ਲਈ 1 ਸਾਲ ਵੱਖ-ਵੱਖ ਰਹਿਣਾ ਪੈਂਦਾ ਹੈ। Divorce ਦਾ order ਜੀ ਗ੍ਰਾਂਟ ਲੈਣ ਲਈ ਕੋਰਟ ਤੋਂ। ਜੀ। ਪਰ ਅਗਰ ਤੁਹਾਡੇ ਬੱਚੇ ਨੇ ਤਾਂ ਜਦ ਤੱਕ ਤੁਹਾਡੇ ਬੱਚਿਆਂ ਦਾ ਚਾਈਲਡ ਸਪੋਰਟ, ਉੱਪਰਲੇ ਖਰਚੇ ਔਰ ਬੱਚਿਆਂ ਨੇ ਕਿਹਦੇ ਕੋਲੇ ਰਹਿਣਾ ਹੈ, ਬੱਚਿਆਂ ਦੀ ਜ਼ਿੰਮੇਵਾਰੀਆਂ ਕਿਸ ਤਰ੍ਹਾਂ ਤੁਸੀਂ ਵੰਡੋਗੇ, ਇਹ ਚੀਜ਼ਾਂ ਅਗਰ ਨਹੀਂ ਡਿਸਾਈਡ ਹੁੰਦੀਆਂ ਕੋਰਟ ਦੇ ਥਰੂ ਜਾਂ ਆਪਸੀ ਆਪਸੀ ਤੁਸੀਂ ਡਿਸਕਸ਼ਨ ਕਰਕੇ ਨਹੀਂ ਇਹਨਾਂ ਨੂੰ ਸੋਲਵ ਕਰਦੇ, ਤਾਂ ਭਾਵੇਂ ਤੁਸੀਂ 5 ਸਾਲ ਵੱਖ-ਵੱਖ ਰਹਿ ਲਓ, ਤੁਹਾਨੂੰ ਡਿਵੋਰਸ ਦਾ ਆਰਡਰ ਨਹੀਂ ਮਿਲੇਗਾ। ਓਕੇ। ਸੋ ਡਿਵੋਰਸ ਦੇ ਲਈ ਇੱਕ ਐਗਜ਼ੈਕਟ ਸਮਾਂ ਸੀਮਾ ਨਹੀਂ ਹੈਗੀ, ਇੱਕ ਕੇਸ ਬਾਏ ਕੇਸ ਹੈ। ਇਹ ਨਹੀਂ ਤੁਸੀਂ ਕੋਈ ਵੀ ਵਕੀਲ ਨੂੰ ਜਾ ਕੇ ਇਹ ਨਹੀਂ ਪੁੱਛ ਸਕਦਾ ਕਿ ਡਿਵੋਰਸ ਜਿਹੜਾ ਵੀ ਉਹ 1 ਸਾਲ ਦੇ ਵਿੱਚ ਹੀ ਹੋ ਜਾਂਦਾ ਹੈ। ਜੈਨੇਰਿਕ ਟਰਮ ਇਹਦੇ ਬਾਰੇ ਕੋਈ ਨਹੀਂ ਹੈ। ਜੈਨੇਰਿਕ ਟਰਮ ਨਹੀਂ, ਲੈਟਸ ਸੇ ਤੁਹਾਡਾ ਕੁਛ ਨਹੀਂ ਹੈ, ਤੁਹਾਡਾ ਕੋਈ ਜੁਆਇੰਟ ਪ੍ਰੋਪਰਟੀ ਨਹੀਂ ਹੈ, ਕੋਈ ਤੁਹਾਡੇ ਬੱਚੇ ਨਹੀਂ ਹੈ, ਤੁਸੀਂ ਸੈਪਰੇਟ ਹੋ ਗਏ ਹੋ, ਦੈਨ ਅਸੀਂ 1 ਸਾਲ ਤੁਸੀਂ ਸੈਪਰੇਟ ਰਹਿ ਲਿਆ, ਠੀਕ ਹੈ ਨਾ? ਜੀ। ਤੁਸੀਂ ਕੋਰਟ ਦੇ ਵਿੱਚ ਐਕਸ਼ਨ ਸਟਾਰਟ ਕਰਕੇ ਕਦੀ ਵੀ ਸਟਾਰਟ ਕਰ ਸਕਦੇ ਹੋ ਔਰ ਸਾਲ ਤੋਂ ਬਾਅਦ ਤੁਸੀਂ ਕੋਰਟ ਨੂੰ ਐਪਲੀਕੇਸ਼ਨ ਕਰ ਸਕਦੇ ਹੋ ਕਿ ਮੈਨੂੰ ਡਿਵੋਰਸ ਦੇ ਦਿਓ। ਦੈਟਸ ਦ ਸਿੰਪਲੈਸਟ। ਮੇਕ ਸੈਂਸ, ਹੈ ਨਾ? ਜਿੱਥੇ ਬੱਚੇ ਔਰ ਪ੍ਰੋਪਰਟੀ, ਜਿੱਥੇ ਬੱਚੇ ਇਨਵੋਲਵ ਹੋ ਗਏ, ਉਹ ਥੋੜਾ ਪੇਚੀਦਾ ਹੋ ਜਾਂਦਾ ਹੈਗਾ। ਕੀ ਜਿਹੜੇ ਪ੍ਰੋਪਰਟੀ ਦੇ ਵਿੱਚ ਜਿਹੜੇ ਹੁੰਦੇ ਨੇ ਰੇੜਕੇ, ਕੀ ਉਹ ਵੀ ਇੱਕ ਕਾਰਨ ਬਣ ਜਾਂਦੇ ਨੇ ਇੱਕ ਕੇਸ ਦੇ ਵਿੱਚ ਦੇਰੀ ਹੋਣ ਦਾ? ਡਿਵੋਰਸ ਦਾ ਆਰਡਰ ਤੁਸੀਂ ਲੈ ਸਕਦੇ ਹੋ ਜੀ, ਠੀਕ ਹੈ ਨਾ? ਤੁਹਾਡਾ 1 ਸਾਲ ਸੈਪਰੇਸ਼ਨ ਦਾ ਲੈਟਸ ਸੇ ਅਪ ਹੋ ਗਿਆ। Most instances, I mean, there's always most cases, yes, you can get the divorce. ਪਰ ਜਿਹੜਾ property division ਦਾ case ਹੈ, ਉਹ ਜ਼ਿਆਦਾ ਦੇਰ ਚੱਲ ਸਕਦਾ ਹੈ, ਉਹਦੀ ਸੰਭਾਵਨਾ ਹੋ ਸਕਦੀ ਹੈ। ਸੋ ਚੰਦਨ, ਅਗਲਾ ਸਵਾਲ ਜਿਹੜਾ ਆਪਾਂ ਫੈਮਿਲੀ ਲਾਅ ਐਕਟ ਦੀ ਅੱਜ ਗੱਲ ਕਰ ਰਹੇ ਹਾਂ, ਉਹਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਦੋਂ ਇੱਕ ਫੈਮਿਲੀ ਕੋਰਟ ਦੇ ਵਿੱਚ ਜੱਜ ਦੇ ਸਾਹਮਣੇ ਕੋਈ ਵੀ ਪੇਸ਼ ਹੁੰਦਾ, ਸੋ ਕਿਹੜੀਆਂ ਗੱਲਾਂ ਨੇ, ਕਿਹੜੇ ਕਦਮ ਨੇ ਜਿਹੜੇ ਬੜੇ ਹੀ
ਸੋਚ ਸਮਝ ਕੇ ਅੱਗੇ ਵਧਾਉਣੇ ਚਾਹੀਦੇ ਨੇ, ਕਿਸ ਪ੍ਰਕਾਰ ਦੀ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ, ਟੂ ਡੂ ਐਂਡ ਨਾਟ ਟੂ ਡੂ। ਸੋ ਉਹ ਕਿਹੜੇ ਯੈਸ ਐਂਡ ਨੋਜ਼ ਨੇ ਜਿਨ੍ਹਾਂ ਨੂੰ ਫੋਲੋ ਕੀਤੇ ਜਾਣ ਦੀ ਲੋੜ ਹੈ? ਜੀ, ਸੋ ਸਭ ਤੋਂ ਪਹਿਲੇ ਬੀ ਰਿਸਪੈਕਟਫੁਲ। ਜੀ। ਜਿਹੜੇ ਜੱਜਸ ਜਾਂ ਮਾਸਟਰਸ, ਹੁਣ they're not masters anymore, they're called associate judges, ਜਿਹੜੇ ਜੱਜਸ ਔਰ ਐਸੋਸੀਏਟ ਜੱਜਸ ਬੈਠੇ ਨੇ ਸਾਡੇ ਬੈਂਚ ਤੇ, ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਅਪੁਆਇੰਟ ਕੀਤਾ ਹੈ। they're all very intelligent individuals, ਆਪਣੇ ਪ੍ਰੋਫੈਸ਼ਨ ਦੇ ਵਿੱਚ ਉਹਨਾਂ ਨੇ ਬਹੁਤ ਮਾਹਿਰ ਨੇ ਉਹ। ਇਸ ਕਰਕੇ ਜਦੋਂ ਵੀ ਉਹਨਾਂ ਦੇ ਮੂਹਰੇ ਆਪਾਂ ਪੇਸ਼ ਹੋਈਏ, ਉਹਨਾਂ ਨੂੰ ਇੱਜ਼ਤ ਦੇ ਨਾਲ, ਉਹਨਾਂ ਨੂੰ ਸਨਮਾਨ ਦੇ ਨਾਲ ਹੀ ਆਪਾਂ ਐਡਰੈਸ ਕਰੀਏ। ਆਈ ਨੋ ਕਿ ਜਦੋਂ ਫੈਮਿਲੀ ਲਾਅ ਦੇ ਵਿੱਚ, ਸਪੈਸ਼ਲੀ ਫੈਮਿਲੀ ਲਾਅ ਦੇ ਵਿੱਚ, ਇਮੋਸ਼ਨਸ ਆਰ ਵੈਰੀ ਹਾਈ। ਜੀ। ਔਰ ਕਈ ਵਾਰੀ ਜਿਹੜੇ ਸਾਡੇ ਭਾਵਨਾਵਾਂ ਨੇ, ਸਾਡੀਆਂ ਭਾਵਨਾਵਾਂ ਨੇ, ਉਹ ਸਾਡੇ 'ਤੇ ਹਾਵੀ ਹੋ ਜਾਂਦੀਆਂ ਨੇ। ਐਂਡ ਦੈਟਸ ਵਾਈ ਇੱਕ ਵਕੀਲ ਜਿਹੜਾ ਹੈ ਉਹ ਇੱਕ ਬਫਰ ਹੈ। ਜੀ। ਤੁਸੀਂ ਇੱਕ ਵਕੀਲ ਨੂੰ ਇਸ ਲਈ ਹਾਇਰ ਕਰਦੇ ਹੋ, ਇਸ ਲਈ ਰਿਟੇਨ ਕਰਦੇ ਹੋ ਕਿ ਉਹ ਤੁਹਾਨੂੰ ਅਬਜੈਕਟਿਵ ਸਲਾਹ ਦੇ ਸਕਣ। ਉਹਨਾਂ ਦੀ ਗੱਲ ਸੁਣੋ ਔਰ ਕੋਰਟ ਦੇ ਵਿੱਚ ਸੱਚ ਬੋਲੋ। ਇੱਕ ਝੂਠ ਬੋਲੋਗੇ, ਉਹਨੂੰ ਕਵਰ ਕਰਨ ਲਈ ਤੁਹਾਨੂੰ ਹੋਰ 10 ਝੂਠ ਬੋਲਣੇ ਪੈਣਗੇ। I believe that applies everywhere, especially in court and everyday life as well. Yes, I agree. Be truthful, be honest. ਅਗਰ ਤੁਸੀਂ ਉਸ ਪ੍ਰੋਸੈਸ ਦੇ ਵਿੱਚੋਂ ਲੰਘ ਰਹੇ ਹੋ, ਤੁਹਾਨੂੰ ਪੇਸ਼ੈਂਸ ਦੀ ਲੋੜ ਪਏਗੀ, ਕਿਉਂਕਿ ਕੋਰਟ ਦੀ ਜਿਹੜੀ ਪ੍ਰੋਸੈਸ ਹੈ ਹੌਲੀ ਹੌਲੀ ਚੱਲਦੀ ਹੈ। ਆਪਣੇ ਵਕੀਲ ਦੀ ਸਲਾਹ ਮੁਤਾਬਿਕ ਚੱਲੋ, ਉਹਨਾਂ ਦੀ ਗੱਲ ਸੁਣੋ। ਵਕੀਲ ਆਪਣੇ 'ਤੇ ਤੁਸੀਂ ਟਰਸਟ ਕਰੋ। ਯਕੀਨ ਹੀ ਤੁਹਾਡੇ ਔਰ ਵਕੀਲ ਦੇ ਰਿਸ਼ਤੇ ਨੂੰ, ਤੁਹਾਡੇ ਵਿੱਚ ਯਕੀਨ ਹੀ ਹੈ, ਇਹ ਬੰਧਨ ਯਕੀਨ 'ਤੇ ਟਿਕਿਆ ਹੋਇਆ ਹੈ। ਸੋ ਰਿਸਪੈਕਟ, ਟਰੂਥ and trust your lawyer. ਜੀ। There's a reason you hired them. ਜੀ। ਪਰ ਫਿਰ ਵੀ ਜੇ ਭਾਵਨਾਵਾਂ ਆਪੇ ਤੋਂ ਬਾਹਰ ਹੋ ਗਈਆਂ, ਜੀ, ਮਾਣਯੋਗ ਜੱਜ ਦੇ ਸਾਹਮਣੇ ਜਿਹੜੇ ਕਪਲ ਹੈ ਉਹਨਾਂ ਦਾ ਆਪਸ ਦੇ ਵਿੱਚ ਬਹਿਸ ਬਸਈਆ ਹੋ ਗਿਆ, ਮਾੜੀ ਸ਼ਬਦਾਵਲੀ ਦੀ ਵਰਤੋਂ ਹੋ ਗਈ, ਤਾਂ ਫਿਰ ਜੱਜ ਕਿਹੋ ਜਿਹੇ ਕਦਮ ਉਠਾ ਸਕਦੇ ਨੇ? ਜੱਜ, ਜੋ ਮੈਂ ਵੇਖਿਆ ਹੈ, ਜੱਜਸ ਵਾਰਨਿੰਗ ਦੇਣਗੇ। ਜੀ, ਠੀਕ ਹੈ ਨਾ। ਉਹ ਕਹਿਣਗੇ ਕਿ ਤੁਹਾਨੂੰ ਆਪਣਾ ਜਿਹੜਾ ਹੈ, ਇੱਕ ਦੂਜੇ ਨਾਲ ਨਾ ਗੱਲ ਕਰੋ, ਮੈਨੂੰ ਐਡਰੈਸ ਕਰੋ। ਜੀ। ਔਰ ਇਹ ਹਦਾਇਤ ਉਹ ਵਕੀਲਾਂ ਨੂੰ ਵੀ ਦਿੰਦੇ ਨੇ ਕਿ ਤੁਸੀਂ ਇੱਕ ਦੂਸਰੇ ਨਾਲ ਨਹੀਂ ਬਹਿਸਬਾਜ਼ੀ ਕਰਨੀ, ਤੁਸੀਂ ਆਪਣੀ ਦਲੀਲ ਜਿਹੜੀ ਉਹ ਕੋਰਟ ਨੂੰ ਦੇਣੀ ਹੈ। ਜੀ। ਇੱਕ ਦੂਸਰੇ ਦੇ ਪ੍ਰਤੀ ਵੀ ਤੁਸੀਂ ਇੱਜ਼ਤ ਦੇ ਨਾਲ ਪੇਸ਼ ਆਓ। ਜੀ। ਸੋ ਪਹਿਲਾਂ ਤੇ ਉਹ ਹਦਾਇਤ ਹੀ ਦਿੰਦੇ ਨੇ ਕਿ ਪਲੀਜ਼ ਆਪਣੇ ਕਮੈਂਟਸ ਜਿਹੜੇ ਹੈ ਰਿਸਪੈਕਟਫੁਲੀ ਤੁਸੀਂ ਗੱਲ ਕਰੋ। ਅਦਰਵਾਈਜ਼ ਜੇ ਤੁਸੀਂ ਦੋਨੋਂ ਇੱਕ ਦੂਜੇ ਨਾਲ ਬਹਿਸ ਕਰ ਰਹੇ ਹੋ, ਜੱਜ ਨੂੰ ਵੀ ਕੁਝ ਸੁਣਾਈ ਨਹੀਂ ਦੇਗਾ। ਜੀ, ਬਿਲਕੁਲ। ਔਰ ਫੈਸਲਾ ਨਹੀਂ ਦੇ ਪਾਉਣਗੇ। ਸੋ ਪਹਿਲਾਂ ਤੇ ਉਹ ਵਾਰਨਿੰਗ ਦੇਣਗੇ। ਆਈਵ ਸੀਨ ਕਈ ਜੱਜਸ ਜਿਹੜੇ ਆ, ਅਗਰ ਉਹਨਾਂ ਨੂੰ ਬਹੁਤ ਹੀ ਮਾੜਾ ਲੱਗਿਆ ਹੈ, ਉਹ ਉੱਠ ਕੇ ਕੋਰਟ ਨੂੰ ਐਗਜ਼ਿਟ ਕਰ ਜਾਣਗੇ। ਅੱਛਾ ਜੀ। ਕੁਝ ਬੋਲ, ਅਗੇਨ ਇੱਕ ਮਰਿਆਦਾ ਹੁੰਦੀ ਹੈ ਕੋਰਟ ਦੀ। ਸੋ ਉਹ ਐਗਜ਼ਿਟ ਹੋ ਜਾਣਗੇ। ਔਰ ਉਸ ਤੋਂ ਫਿਰ ਸਾਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਕੁਝ ਜੋ ਹੋਇਆ ਉਹ ਸਹੀ ਨਹੀਂ ਹੋਇਆ। ਸ਼ਾਇਦ ਕੋਈ ਡਿਸਰਿਸਪੈਕਟ, ਸ਼ਾਇਦ ਨਹੀਂ, ਕੋਈ ਡਿਸਰਿਸਪੈਕਟ ਵਾਲੀ ਗੱਲ ਹੀ ਕੀਤੀ ਗਈ ਹੈ। ਜੀ। ਐਂਡ ਇਸ ਕਰਕੇ ਆਈ ਅੰਡਰਸਟੈਂਡ ਭਾਵਨਾਵਾਂ ਨੂੰ ਕੰਟਰੋਲ ਕਰਨਾ ਔਖਾ ਹੈ, ਬਟ ਯੂ ਹੈਵ ਟੂ, ਯੂ ਮਸਟ। ਜਾਂਦੇ ਜਾਂਦੇ ਚੰਦਨ, ਇੱਕ ਸਵਾਲ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਹੈ, ਉਹ ਹੈ ਕਿ ਜਦੋਂ ਇੱਕ ਕਾਮਨ ਲਾਅ ਪਾਰਟਨਰਸ ਜਿਹੜੇ ਨੇ ਉਹ ਵੱਖਰੇ ਹੁੰਦੇ ਨੇ, ਉਹਦੇ ਵਿੱਚ ਜਿਹੜਾ ਪੈਸੇ ਦਾ ਲੈਣ ਦੇਣ, ਜਿਹੜੀ ਮਨੀ ਹੁੰਦੀ ਹੈ, ਮਨੀ ਕਿਵੇਂ ਇਨਵੋਲਵਡ ਹੁੰਦੀ ਹੈ, ਅਤੇ ਕਾਮਨ ਲਾਅ ਜਿਹੜੇ ਪਾਰਟਨਰਸ ਨੇ ਉਹਨਾਂ ਦੇ ਵਿੱਚ ਜਿਹੜਾ ਪੈਸੇ ਦਾ ਲੈਣ ਦੇਣ ਹੈ, ਧਨ ਰਾਸ਼ੀ ਦਾ ਲੈਣ ਦੇਣ ਹੈ, ਉਸ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ, ਕਿਵੇਂ ਫੈਸਲਾ ਕੀਤਾ ਜਾਂਦਾ ਹੈ? ਬਿਲਕੁਲ, ਵੈਰੀ ਗੁੱਡ ਕੁਐਸਚਨ। ਸੋ ਜਿਹੜੇ ਕਾਮਨ ਲਾਅ ਪਾਰਟਨਰਸ ਨੇ, ਉਹਨਾਂ ਦਾ ਵੀ ਹੁਣ ਜਦੋਂ ਪ੍ਰਾਪਰਟੀ ਜਾਇਦਾਦ ਤੁਸੀਂ ਵੰਡਦੇ ਹੋ, ਉਹ ਇੱਕ ਵਿਆਹਤਾ ਜੋੜੇ ਦੇ ਸਮਾਨ ਨੇ। ਜੀ। ਸੋ ਉਹਨਾਂ ਨੂੰ ਵੀ ਉਹੀ ਰੂਲਸ ਫੋਲੋ ਕਰਨੇ ਪੈਂਦੇ ਨੇ ਜੋ ਕਿ ਇੱਕ ਵਿਆਹਤਾ ਜੋੜੇ ਨੂੰ ਕਰਨੇ ਪੈਂਦੇ ਨੇ। ਓਕੇ। ਸੋ ਫਰਸਟ ਸਟੈਪ ਹਮੇਸ਼ਾ ਹੀ ਹੁੰਦਾ ਹੈ, ਜਿੱਥੇ ਜਾਇਦਾਦ ਦਾ ਬਟਵਾਰਾ, ਕਰਜ਼ਾ, ਸਾਰੀਆਂ ਚੀਜ਼ਾਂ ਇਨਵੋਲਵ ਹੋ ਜਾਣ, ਕਿ ਤੁਸੀਂ ਇੱਕ ਦੂਸਰੇ ਨੂੰ ਆਪਣੀ ਜਿਹੜੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਉਹ ਐਕਸਚੇਂਜ ਕਰਨੀ ਹੈ। ਓਕੇ। ਕਿ ਤੁਹਾਡੇ ਕੋਲ ਕਿਹੜੇ ਅਕਾਊਂਟਸ ਨੇ, ਕਿ ਤੁਹਾਡੇ ਕੋਲ ਕਿੰਨੇ ਵੀਜ਼ੇ ਨੇ, ਮਾਸਟਰ ਕਾਰਡਸ, ਕੋਈ ਤੁਸੀਂ
ਪ੍ਰਾਈਵੇਟ ਲੋਨ ਤੇ ਨਹੀਂ ਲਏ ਹੋਏ, ਮੌਰਗੇਜਸ ਆਬਵੀਅਸਲੀ, ਕੀ ਤੁਹਾਡੇ ਨਾਮ ਦੇ ਥੱਲੇ ਜਾਇਦਾਦ ਹੈ, ਕਿਤੇ ਵੀ ਦੁਨੀਆ ਦੇ ਵਿੱਚ ਹੋਵੇ ਤੁਹਾਨੂੰ ਡਿਸਕਲੋਜ਼ ਕਰਨੀ ਪਏਗੀ ਕੋਰਟ ਨੂੰ ਔਰ ਦੂਸਰੀ ਪਾਰਟੀ ਨੂੰ। ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਹਿਲੇ ਤਾਂ ਇਨਫੋਰਮੇਸ਼ਨ ਐਕਸਚੇਂਜ ਹੋਏਗੀ ਬਿਲਕੁਲ। ਐਂਡ ਦੈਨ ਉਹਨਾਂ ਚੀਜ਼ਾਂ ਦੀ ਵੈਲਿਊਜ਼ ਓਕੇ। ਪਾਈਆਂ ਜਾਂਦੀਆਂ ਨੇ। ਸੋ ਉਹ ਜਿਹੜੀ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਜਿਹੜੀ ਤੁਸੀਂ ਇੱਕ ਦੂਜੇ ਨੂੰ ਸਥਿਤੀ ਦੱਸਣੀ ਹੁੰਦੀ ਹੈ, ਉਹਦੇ ਵਿੱਚ ਇਹ ਵੀ ਦੱਸਣਾ ਹੁੰਦਾ ਕਿ ਸੇਫਟੀ ਡਿਪੋਜ਼ਿਟ ਬਾਕਸ ਤੇ ਨਹੀਂ ਹੈ, ਅਗਰ ਜੀ। ਹੈ ਉਹਦੇ 'ਚ ਕੀ ਕੰਟੈਂਟਸ ਨੇ। ਓਕੇ। ਸੋ ਹਰ ਚੀਜ਼ ਜਿਹੜੀ ਹੈ ਐਂਡ ਸਮ ਪੀਪਲ ਆਰ ਫॉर ਐਗਜ਼ਾਮਪਲ ਆਰਟ ਕਲੈਕਟਰਸ। ਓਕੇ। ਆਈਵ ਹੈਡ ਦੈਟ ਟੂ। ਸੋ ਆਰਟ ਜਿਹੜਾ ਹੈ ਇਫ ਇਟਸ ਵੈਲਿਊਬਲ ਉਹਦੀ ਵੈਲਿਊ ਪਏਗੀ। ਓਕੇ। ਅਗਰ ਉਹ ਇੱਕ ਫੈਮਿਲੀ ਐਸੈਟ ਹੈ, ਤੁਸੀਂ ਇਕੱਠਿਆਂ ਨੇ ਲਿਆ ਹੈ, ਦੈਨ ਉਹਦਾ ਬਟਵਾਰਾ ਵੀ ਹੋਏਗਾ। ਇੱਕ ਜਣਾ ਰੱਖੇਗਾ ਓਕੇ। ਜਾਂ ਉਹਦੀ ਸੇਲ ਹੋਏਗੀ, ਤੁਸੀਂ ਉਹਨੂੰ ਸੇਲ ਦੇ ਪੈਸੇ ਨੂੰ ਡਿਵਾਈਡ ਕਰੋਗੇ। ਜੀ, ਇੰਟਰਸਟਿੰਗ। ਯੈਸ। ਸੋ ਇਹ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਨੂੰ ਵਿਚਾਰਨ ਦੇ ਲਈ ਮੈਨੂੰ ਲੱਗਦਾ ਹੈ ਕਿ 1 ਘੰਟੇ ਦਾ ਸਮਾਂ ਤਾਂ ਕਾਫੀ ਨਹੀਂ ਹੈਗਾ। ਇਹ ਇੱਕ ਬਹੁਤ ਹੀ ਵੱਡੇ ਦਾਇਰੇ ਦੇ ਵਿੱਚ ਫੈਲਿਆ ਹੋਇਆ ਫੈਮਿਲੀ ਲਾਅ ਜਿਹੜਾ, ਅਤੇ ਇਸ ਦੇ ਵੱਖ-ਵੱਖ ਜਿਹੜੇ ਪਹਿਲੂ ਨੇ ਉਹਨਾਂ ਨੂੰ ਘੋਖਿਆ ਜਾ ਸਕੇ, ਵਿਚਾਰਿਆ ਜਾ ਸਕੇ, ਰੌਸ਼ਨੀ ਹੇਠ ਲਿਆਂਦਾ ਜਾ ਸਕੇ। ਇਸੇ ਮਕਸਦ ਦੇ ਨਾਲ ਅੱਜ ਅਸੀਂ ਤੁਹਾਨੂੰ ਰੌਸ਼ਨੀ ਪ੍ਰੋਗਰਾਮ ਦੇ ਵਿੱਚ ਸੱਦਿਆ ਤੇ ਤੁਸੀਂ ਸਾਡੇ ਸੱਦੇ ਨੂੰ ਸਵੀਕਾਰ ਕੀਤਾ। ਚੰਦਨ, ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡੇ ਸਮੇਂ ਦੇ ਲਈ, ਤੁਹਾਡੇ ਵਿਚਾਰਾਂ ਦੇ ਲਈ, ਅਤੇ ਇਸ ਸਟੂਡੀਓ ਦੇ ਵਿੱਚ ਆ ਕੇ ਸਾਡੇ ਲਿਸਨਰਸ ਦੇ ਨਾਲ ਇਸ ਮਹੱਤਵਪੂਰਨ ਵਿਸ਼ੇ ਤੇ ਆਪਣੀ ਜਾਣਕਾਰੀ ਜਿਹੜੀ ਹੈ, ਆਪਣਾ ਤਜਰਬਾ ਜਿਹੜਾ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸੋ ਮਚ, ਮਾਈ ਪਲੇਜ਼ਰ।